ਹੁਣ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਪੰਡਤ ਜੀ ਬੀਜੋ ਸੁਝੈ ਕੋ ਨਹੀਂ, ਬਾਹੈ ਦਲੀਚਾ ਪਾਏ। ਦਲੀਚਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਚਾਦਰ ਵਿਛਾ ਕੇ ਕੋਈ ਬੰਦਾ ਬੈਠਾ ਨਾ, ਉਹਨੂੰ ਆਪਾਂ ਕਹਿੰਦੇ ਆ ਵੀ ਇਹ ਦਲੀਚਾ ਵਿਛਾ ਕੇ ਬੈਠ ਗਿਆ। ਇਹੀ ਗੱਲ ਕਹੀਦੀ ਆ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਵੀ ਸਾਡੀ ਦ੍ਰਿਸ਼ਟੀ ਦੇ ਵਿੱਚ, ਅੱਛਾ ਇੱਕ ਗੱਲ ਯਾਦ ਰੱਖਿਓ, ਜਿੱਥੇ ਬ੍ਰਹਮ ਦ੍ਰਿਸ਼ਟੀ ਆ ਔਰ ਬ੍ਰਹਮ ਸਰੋਤਰੀ ਆ, ਜਿਨ੍ਹਾਂ ਦੀ ਦ੍ਰਿਸ਼ਟੀ ਬ੍ਰਹਮ ਹੋ ਗਈ, ਜਿਨ੍ਹਾਂ ਦੀ ਸਰੋਤਰੀ ਬ੍ਰਹਮ ਹੋ ਗਈ, ਇਹ ਕੋਈ ਮਾੜੀ ਮੋਟੀ ਗੱਲ ਨਹੀਂ ਵੀ ਜਾਣਖਣਾ ਬ੍ਰਹਮ ਨਿਸ਼ਟੀ ਕਰ ਲਵੇਗਾ, ਜਾਨੀ ਬ੍ਰਹਮ ਦ੍ਰਿਸ਼ਟੀ ਕਰ ਲਵੇਗਾ, ਬ੍ਰਹਮ ਸਰੋਤਰੀ ਕਰ ਲਵੇਗਾ, ਨਹੀਂ। ਇਹ ਤਾਂ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਕਿਹਾ, ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਕਹਿੰਦੇ ਅਸੀਂ ਸੰਸਾਰ ਫਿਰ ਕੇ ਦੇਖ ਲਿਆ, ਕੋਈ ਵਿਰਲੇ ਆ ਜਿਨ੍ਹਾਂ ਨੂੰ ਕੁੱਤੇ ਦੇ ਵਿੱਚ ਵੀ ਰੱਬ ਦਿਸਿਆ। ਕੀੜੀ ਸਭ ਤੋਂ ਛੋਟਾ ਜੀ ਹੈ, ਹਾਥੀ ਸਭ ਤੋਂ ਵੱਡਾ ਜਾਨਵਰ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਜਾਣੀ ਚੀਟੀ ਕੀੜੀ ਤੋਂ ਲੈ ਕੇ ਕੁੰਚਰ ਹਾਥੀ ਤੱਕ ਜਿੰਨਾ ਵੀ ਇਹ ਬ੍ਰਹਿਮੰਡ ਹੈ, ਬ੍ਰਹਿਮੰਡ ਦੇ ਜੀਵ ਜੰਤੂ ਹੈ, ਸਾਰਿਆਂ ਦੇ ਉੱਪਰ ਉਸ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੈ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬ੍ਰਹਮ ਨਿਸ਼ਟੀ ਜਿਹੜੀ ਤੱਕਣੀ ਆ, ਹੁਣ ਮਹਾਰਾਜ ਨੇ ਇੱਕ ਗੱਲ ਯਾਦ ਰੱਖਿਓ, ਜਿੰਨੇ ਜੰਗ ਕੀਤੇ ਆ ਉਹਦੇ ਪਿੱਛੇ ਕੋਈ ਸਵੈ ਪ੍ਰਯੋਜਨ ਨਹੀਂ ਸੀਗਾ, ਕੋਈ ਨਿੱਜੀ ਸਵਾਰਥ ਨਹੀਂ ਸੀ। ਜਿੰਨੇ ਜੰਗ ਹੋਏ ਆ, ਜਿਹੜੇ ਬੰਦੇ ਅਤਿਆਚਾਰ ਕਰਦੇ ਆ, ਇੱਕ ਗੱਲ ਯਾਦ ਰੱਖਿਓ, ਬ੍ਰਹਮ ਨਿਸ਼ਟੀ ਤੇ ਬ੍ਰਹਮ ਸਰੋਤਰੀ ਆ ਜਿਹਦੀ ਬਿਰਤੀ, ਜਿਹੜਾ ਸਭ ਵਿੱਚ ਬ੍ਰਹਮ ਨੂੰ ਦੇਖਦਾ ਉਹ ਕਿਸੇ ਨੂੰ ਦੁਖੀ ਹੁੰਦਾ ਨਹੀਂ ਤੱਕ ਸਕਦਾ, ਕਿਉਂਕਿ ਉਹਦੀ ਬਿਰਤੀ ਇਸ ਤਰ੍ਹਾਂ ਦੀ ਬਣੀ ਆ ਵੀ ਇਹਨੂੰ ਦੁਖੀ ਕਿਉਂ ਕਰਦੇ ਹੋ, ਇਹਦੇ ਵਿੱਚ ਵੀ ਰੱਬ ਵਸਦਾ। ਇਸੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ, ਔਰੰਗਜ਼ੇਬ ਇੱਕ ਗੱਲ ਯਾਦ ਰੱਖ, ਜਿੰਨਾ ਤੈਨੂੰ ਧਰਮ ਪਿਆਰਾ, ਮੁਸਲਮਾਨ ਧਰਮ, ਤੈਨੂੰ ਸਤਿਕਾਰ ਜੋ ਗ੍ਰੰਥ ਕੁਰਾਨ ਸ਼ਰੀਫ ਪਿਆਰੀ ਆ, ਉਹਨਾਂ ਹੀ ਧਰਮ ਪਿਆਰਾ ਹਿੰਦੂਆਂ ਨੂੰ ਆ। ਧੋਤੀ ਬੋਧੀ ਤਿਲਕ ਜਨੇਊ, ਇਹ ਮੰਦਰ, ਇਹ ਟੱਲ, ਇਹ ਵੇਦ, ਇਹ ਉਹਨਾਂ ਨੂੰ ਵੀ ਪਿਆਰੇ ਆ। ਤੂੰ ਕਿਉਂ ਇਹਨਾਂ ਨੂੰ ਖਤਮ ਕਰਨਾ ਚਾਹਣਾ? ਇਹ ਸੀ ਬ੍ਰਹਮ ਦ੍ਰਿਸ਼ਟੀ ਤੇ ਬ੍ਰਹਮ ਸਰੋਤਰੀ, ਸਾਰਿਆਂ ਵਿੱਚ ਬ੍ਰਹਮ ਨੂੰ ਸੁਣਨਾ। ਬ੍ਰਹਮ ਦ੍ਰਿਸ਼ਟੀ ਵਾਲਾ ਤੇ ਬ੍ਰਹਮ ਨੂੰ ਸੁਣਨ ਵਾਲਾ, ਉਹਦੀ ਇਹ ਬਿਰਤੀ ਬਣਦੀ ਆ, ਉਹਦੇ ਮਨ ਵਿੱਚ ਇਹ ਵਿਚਾਰ ਹੁੰਦੀ ਆ। ਵੈਸੇ ਤੇ ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਵਾਲਾ ਅਫੁਰ ਹੁੰਦਾ, ਫੁਰਨਿਆਂ ਤੋਂ ਰਹਿਤ ਹੁੰਦਾ, ਵਿਚਾਰ ਨਹੀਂ ਹੁੰਦੀ ਉਹਦੇ ਕੋਲੇ। ਸਾਖਸ਼ੀ ਭਾਵ ਦੇ ਨਾਲ ਦੇਖਦਾ, ਦ੍ਰਿਸ਼ਟਾ ਭਾਵ ਦੇ ਨਾਲ ਸਭ ਕੁਝ ਤੱਕਦਾ। ਜਿਹਨੂੰ ਕਹਿ ਦਈਏ ਵੀ ਪਾਰਦਰਸ਼ੀ, ਉਹਦੀ ਬਿਰਤੀ ਪਾਰਦਰਸ਼ੀ ਹੁੰਦੀ ਹੈ। ਪਾਰਦਰਸ਼ੀ ਬਿਰਤੀ, ਇਸੇ ਨੂੰ ਬ੍ਰਹਮ ਦ੍ਰਿਸ਼ਟੀ ਕਿਹਾ ਜਾਂਦਾ ਹੈ। ਵਿਚਾਰਾਂ ਬਹੁਤ ਆ ਜਾਂਦੀਆਂ ਕਿਉਂਕਿ ਅਸੀਂ ਮਨ ਨੂੰ ਤੱਕਦੇ ਹਾਂ, ਬੁੱਧੀ ਨੂੰ ਤੱਕਦੇ ਹਾਂ, ਚਿੱਤ ਨੂੰ ਤੱਕਦੇ ਹਾਂ। ਜਿਹੜੇ ਗੁਰਮੁਖ ਪਿਆਰੇ ਹੁੰਦੇ ਆ, ਪਾਰਦ੍ਰਿਸ਼ਟੀ ਬਿਰਤੀ ਨਾਲ ਦੇਖਦੇ ਆ। ਮਨ ਬੁੱਧੀ ਚਿੱਤ ਹੰਕਾਰ ਨੂੰ ਪਾਸੇ ਕਰਕੇ, ਅਗਲੇ ਦਾ ਵੀ ਜਿਹੜਾ ਮਨ ਬੁੱਧੀ ਚਿੱਤ ਹੰਕਾਰ ਆ ਉਹਨੂੰ ਪਾਸੇ ਕਰਕੇ
ਉਹ ਦੇਖਦੇ ਆ ਵੀ ਇਹਦੇ ਪਿੱਛੇ ਆਤਮਾ ਹੈ, ਬ੍ਰਹਮ ਹੈ। ਮੈਂ ਇੱਕ ਬੁੱਕ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਦੱਸਿਆ, ਕਹਿੰਦੇ ਭਗਵਾਨ ਰਾਮਚੰਦਰ ਜੀ ਤੁਰੇ ਜਾਂਦੇ ਸੀ, ਤ੍ਰੇਤੇ ਦੇ ਅਵਤਾਰ ਆ ਭਾਈ। ਰਾਮਚੰਦਰ ਜੀ ਨੂੰ ਕਈ ਲੋਕਾਂ ਨੇ ਗਾਲਾਂ ਕੱਢੀਆਂ, ਨਾਲ ਦੇ ਕਹਿਣ ਲੱਗੇ ਭਗਵਾਨ ਜੀ ਤੁਹਾਨੂੰ ਗਾਲਾਂ ਕੱਢੀਆਂ? ਕਹਿੰਦੇ ਨਾ, ਮੈਨੂੰ ਤੇ ਗਾਲ ਲੱਗੀ ਨਹੀਂ। ਉਹਨਾਂ ਫਿਰ ਕਿਹਾ ਜੀ ਤੁਹਾਡਾ ਨਾਮ ਲੈ ਕੇ ਕੱਢੀਆਂ? ਰਾਮ ਲੈ ਕੇ ਕਿਹਾ, ਮਾੜਾ ਕਿਹਾ? ਮਾੜਾ ਬੋਲੇ, ਅਪਸ਼ਬਦ ਬੋਲੇ, ਬਹੁਤ ਬੁਰਾ ਬੋਲੇ। ਰਾਮਚੰਦਰ ਜੀ ਕਹਿਣ ਲੱਗੇ ਮੈਨੂੰ ਨਹੀਂ ਸੁਣੀਆਂ। ਕਹਿੰਦੇ ਜੀ ਕੀ ਗੱਲ? ਸਾਨੂੰ ਤੇ ਸੁਣਿਆ। ਕਹਿੰਦੇ ਤੁਹਾਨੂੰ ਸੁਣਿਆ ਹੋਣਾ, ਸਾਨੂੰ ਨਹੀਂ ਸੁਣਿਆ। ਕਹਿੰਦੇ ਜੀ ਕਿੱਦਾਂ? ਕਹਿੰਦੇ ਸਾਨੂੰ ਗਾਲਾਂ ਲੱਗੀਆਂ ਹੀ ਨਹੀਂ, ਕਿਉਂਕਿ ਗਾਲ ਉਹਨੂੰ ਲੱਗਦੀ ਆ ਮਨ, ਬੁੱਧੀ, ਚਿੱਤ ਤੇ ਹੰਕਾਰ। ਹੁਣ ਇਹਦਾ ਮਤਲਬ ਇਹ ਨਾ ਸਮਝ ਲਿਓ ਵੀ ਗਿਆਨੀ ਜੀ ਨੇ ਕਹਿਤਾ ਤੇ ਗਾਲਾਂ ਹੀ ਖਾਈ ਜਾਣੀਆਂ, ਨਹੀਂ। ਇਹ ਜਥਾ ਪ੍ਰਕਰਮੰ ਤਥਾ ਅਰਥੰ ਹੁੰਦਾ। ਜੇ ਐਸੀ ਗੱਲ ਹੁੰਦੀ ਤੇ ਭਗਵਾਨ ਰਾਮਚੰਦਰ ਜੀ ਰਾਵਣ ਨੂੰ ਕਿਉਂ ਮਾਰਦੇ? ਰਾਵਣ ਦਾ ਵੱਧ ਕਿਉਂ ਕਰਦੇ? ਬਲੀ ਦਾ ਵੱਧ ਕਿਉਂ ਕਰਦੇ? ਕਿੰਨੇ ਮਾਰੇ ਉਹਨਾਂ ਨੇ? ਜਾਣੀ ਜਿੱਥੇ ਨਿਜ ਸਰੂਪ ਆਪਣੇ ਸਰੂਪ ਦੀ ਗੱਲ ਆ ਗਈ, ਉੱਥੇ ਮਹਾਂਪੁਰਖ ਬ੍ਰਹਮ ਗਿਆਨੀ ਤਤਵੇਤਾ ਬਹੁਤ ਕੁਝ ਜਰ ਲੈਂਦਾ। ਉਹ ਕਹਿੰਦਾ ਕੋਈ ਗੱਲ ਨਹੀਂ, ਮੈਨੂੰ ਕਿਹੜਾ ਕੁਛ ਲੱਗਦਾ। ਹੁਣ ਗੁਰੂ ਨਾਨਕ ਨੂੰ ਕਿੰਨਾ ਕੁਝ ਲੋਕਾਂ ਨੇ ਕਿਹਾ, ਕੋਈ ਆਖਿਆ ਪੂਤਨਾ, ਕੋਈ ਕਹੇ ਦੀਵਾਨਾ। ਗੁਰੂ ਨਾਨਕ ਨੇ ਇੱਕੋ ਗੱਲ ਕਹੀ, ਭਾਈ ਮਰਦਾਨੇ ਆ ਜਿਹੜੇ ਇਹ ਲੋਕ ਆ ਨਾ, ਇਹਨਾਂ ਨੇ ਤੈਨੂੰ ਬਹੁਤ ਕੁਝ ਕਹਿਣਾ, ਤੈਂ ਫਿਕਰ ਨਹੀਂ ਕਰਨਾ, ਆਪਣੀ ਡਿਊਟੀ ਆ। ਲੋਕਾਂ ਨੇ ਤੇ ਕਹਿਣਾ ਹੀ ਕਹਿਣਾ। ਹੁਣ ਜਿਨ੍ਹਾਂ ਦੀ ਇਹ ਬਿਰਤੀ ਬਣ ਚੁੱਕੀ ਆ, ਉਹਨਾਂ ਦੀ ਬਿਰਤੀ ਦੇ ਰਾਹੀਂ ਇਹ ਸ਼ਬਦ ਨਿਕਲਣਗੇ, ਬੀਜੋ ਸੁਝੈ ਕੋ ਨਹੀਂ। ਹਰੇਕ ਬੰਦਾ ਨਹੀਂ ਕਹਿ ਸਕਦਾ, ਕਿਉਂਕਿ ਹਰੇਕ ਬੰਦੇ ਨੂੰ ਇੱਕ ਦੂਜੇ ਦਾ ਆਸਰਾ ਹੈ। ਹਰੇਕ ਨੂੰ ਆਪਣੇ ਆਪ ਦਾ ਆਸਰਾ ਹੈ। ਆਸਰਿਆਂ ਦੇ ਪ੍ਰਤੀ ਮੈਂ ਇੱਕ ਦਿਨ ਪੜ੍ਹ ਰਿਹਾ ਸੀਗਾ, ਆਸਰਿਆਂ ਦੇ ਪ੍ਰਤੀ ਵੀ ਇਹੀ ਆ। ਆਪਾਂ ਨੂੰ ਰਿਸ਼ਤੇਦਾਰ ਦਾ ਆਸਰਾ, ਜੇ ਰਿਸ਼ਤੇਦਾਰ ਨਹੀਂ ਮਿੱਤਰ ਦਾ ਆਸਰਾ, ਜੇ ਮਿੱਤਰ ਨਹੀਂ ਬੰਦੇ ਨੂੰ ਪੁੱਤ ਦਾ ਆਸਰਾ, ਜੇ ਪੁੱਤ ਦਾ ਨਹੀਂ ਤੇ ਬੰਦੇ ਨੂੰ ਇਸਤਰੀ ਦਾ ਆਸਰਾ, ਇਸਤਰੀ ਦਾ ਨਹੀਂ ਫਿਰ ਉਹ ਕਹਿੰਦਾ ਮੈਨੂੰ ਆਪਣੇ ਆਪ ਦਾ ਆਸਰਾ, ਆਪਣੇ ਆਪ ਦਾ। ਸਰੀਰ ਦਾ ਆਸਰਾ ਮੰਨਦਾ। ਇਹ ਆਸਰੇ ਦਾ ਹੰਕਾਰ ਤੋੜਨ ਦੇ ਲਈ ਮੈਂ ਇੱਕ ਗ੍ਰੰਥ ਵਿੱਚ ਵਿਚਾਰ ਪੜ੍ਹੀ, ਬੜੀ ਪਿਆਰੀ ਸੀਗੀ। ਬਸ ਇੱਥੇ ਆਪਾਂ ਰੁਕ ਜਾਂਦੇ ਆ ਵੀ ਮੈਨੂੰ ਮੇਰਾ ਆਸਰਾ ਹੈ। ਇਹ ਗੱਲ ਮੰਨਣਾ ਕਿ ਸਰੀਰ ਤੇਰਾ ਨਹੀਂ, ਸਰੀਰ ਦਾ ਮੈਨੂੰ ਆਸਰਾ ਨਹੀਂ, ਮਨ ਬੁੱਧੀ ਮੇਰਾ ਨਹੀਂ, ਮਨ ਬੁੱਧੀ ਦਾ ਮੈਨੂੰ ਆਸਰਾ ਨਹੀਂ, ਸੂਖਸ਼ਮ ਮੇਰਾ ਨਹੀਂ, ਇਹਦਾ ਮੈਨੂੰ ਆਸਰਾ ਨਹੀਂ। ਫਿਰ ਮੈਨੂੰ ਮੇਰਾ ਆਸਰਾ ਕਿਵੇਂ ਹੋਇਆ? ਵੀ ਮੇਰਾ ਨਿੱਜ ਸਰੂਪ ਜਿਹੜਾ ਨਾ, ਉਹਦਾ ਹੀ ਮੈਨੂੰ ਆਸਰਾ ਹੈ, ਆਤਮਾ ਹੀ। ਤੇ ਆਤਮਾ ਜਿਹੜੀ ਉਹ ਨਿਰਾਸ, ਆਸ ਤੋਂ ਰਹਿਤ ਆ, ਆਸਰੇ ਤੋਂ ਰਹਿਤ ਆ। ਬੀਜੋ ਸੁਝੈ ਕੋ ਨਹੀਂ, ਜਿਹਦੀ ਦ੍ਰਿਸ਼ਟੀ ਇਹ ਬਣ ਗਈ। ਹੁਣ ਗੁਰੂ ਨਾਨਕ ਦੀ ਇਹ ਦ੍ਰਿਸ਼ਟੀ ਸੀ। ਗੁਰੂ ਨਾਨਕ ਨੇ ਸਾਰਿਆਂ ਦੇ ਵਿੱਚ ਰੱਬ ਨੂੰ ਦੇਖਿਆ। ਮਹਾਰਾਜ ਨੇ ਸਾਰਿਆਂ ਦਾ ਭਲਾ ਕੀਤਾ। ਮਹਾਰਾਜ ਕਹਿੰਦੇ ਪੰਡਤ ਜੀ ਬੀਜੋ ਸੂਝੈ ਕੋ ਨਹੀਂ, ਬਹਿ ਦਲੀਚਾ ਪਾਏ। ਦਲੀਚਾ ਕਹਿੰਦੇ ਆ ਵੀ ਕੋਈ ਚਾਦਰ ਵਿਛਾ ਕੇ ਬਹਿ ਬੈਠ ਜਾਵੇ, ਜਾਣੀ ਇੱਥੇ ਰਹਿਣ ਵਾਲਾ ਦੂਜਾ ਕੋਈ ਹੈ ਹੀ ਨਹੀਂ। ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀਆ। ਜੋ ਆਇਆ ਉਹ ਚਲਿਆ ਜਾਵੇਗਾ। ਨਰਕ ਨਿਵਾਰਨ ਨਰਹ ਨਾਰ, ਸਾਚੋ ਸਾਚੈ ਨਾਏ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਪੰਡਤ ਜੀ ਨਰਕ ਨਿਵਾਰਨ ਨਰਹ ਨਾਰ। ਨਰਹ ਕਹਿੰਦੇ ਆ ਮਨੁੱਖ ਨੂੰ। ਇੱਥੇ ਦੇਖੋ ਰਾਰੇ ਨੂੰ ਔਂਕੜ ਲੱਗੀ ਆ। ਨਰਹ
ਬਹੁ ਵਚਨ, ਨਰ ਇੱਕ ਵਚਨ। ਨਰਹਿ, ਨਰਹਿ ਜਾਣੀ ਬਹੁਤ ਜ਼ਿਆਦਾ ਇਹ ਦੁਨੀਆ। ਨਰਹਿ ਮਨੁੱਖ, ਨਰਹਿ ਬੰਦੇ, ਨਰਹਿ ਆਦਮੀ, ਨਰਹਿ ਵਿਅਕਤੀ, ਨਰਹਿ ਅੰਗਰੇਜ਼ੀ ਵਿੱਚ ਮੈਨ, ਨਰਹਿ ਔਰਤਾਂ, ਨਰਹਿ ਲੇਡੀਜ਼, ਨਰਹਿ ਬੀਬੀਆਂ। ਹੁਣ ਨਰਹਿ, ਨਰਹਿ ਦਾ ਅਰਥ ਆਪਾਂ ਜੀਵ ਵੀ ਕਰ ਸਕਦੇ ਹਾਂ। ਨਰਹਿ ਜੀਵ, ਜੀਵ ਕੌਣ ਆ? ਆਪਾਂ ਜੀਵ ਹੀ ਹਾਂ। ਨਰਹਿ 84 ਲੱਖ ਜਿੰਨੇ ਜੀਵ ਜੰਤੂ ਹੈ, ਜੋ ਪਾਣੀ 'ਚ ਹੈ, ਜੋ ਧਰਤੀ ਤੇ ਆ, ਜੋ ਵੀ ਨਰ ਹੈ। ਨਰ ਰਾਰੇ ਨੂੰ ਔਂਕੜ ਆ ਤੇ ਨਰ ਦਾ ਅਰਥ ਹੈ ਇੱਕ ਵਚਨ। ਨਰਹਿ ਜਾਣੀ ਜੋ ਵੀ ਜੀਵ ਜੰਤੂ, ਬੰਦੇ, ਮਨੁੱਖ, ਆਪਾਂ ਨੂੰ ਜੋ ਦ੍ਰਿਸ਼ਟਮਾਨ ਦਿਸ ਰਿਹਾ ਉਹਨਾਂ ਦਾ ਨਰ, ਇਹਨੂੰ ਕਹਿੰਦੇ ਆ ਪੁਰਖ। ਪੁਰਖ ਦਾ ਅਰਥ ਪੱਪੇ ਨੂੰ ਔਂਕੜ ਪਲਸ ਰੱਖ, ਪਲਸ ਰੱਖ, ਜਾਨੀ ਪੁਰਸ਼ਾਂ ਦੀ ਰੱਖ, ਰੱਖਿਆ ਕਰਨ ਵਾਲਾ ਕੌਣ ਆ? ਵਾਹਿਗੁਰੂ। ਕਰਤਾ ਪੁਰਖ। ਨਰ, ਨਰ ਜਾਣੀ ਇਹ ਕਹਿ ਲਵੋ ਵੀ ਸਾਰੇ ਬ੍ਰਹਿਮੰਡ ਦਾ ਮਾਲਕ ਇੱਕ, ਜਿਹਨੂੰ ਗੁਰੂ ਨਾਨਕ ਨੇ ਕਿਹਾ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਸਾਰਿਆਂ ਦੇ ਨੱਕ ਦੇ ਵਿੱਚ ਉਹਨੇ ਨੱਥ ਪਾਈ ਹੋਈ ਆ ਤੇ ਆਪਣੀ ਮਰਜ਼ੀ ਨਾਲ ਕਹਿ ਲਵੋ, ਆਪਣੇ ਹੁਕਮ ਦੇ ਨਾਲ, ਆਪਣੇ ਬਲ, ਆਪਣੀ ਤਾਕਤ ਸਮਰੱਥਾ ਦੇ ਨਾਲ ਇਸ ਸ੍ਰਿਸ਼ਟੀ ਨੂੰ ਚਲਾ ਰਿਹਾ। ਉਹ ਨਰ ਹੈ। ਨਰਕ ਨਿਵਾਰਨ। ਅਰਜ ਕਹਿਣ ਲੱਗੇ ਪੰਡਤ ਜੀ, ਉਹ ਜਿਹੜਾ ਨਰ ਇੱਕ ਪਰਮਾਤਮਾ ਨਾ, ਸਾਰਿਆਂ ਦਾ ਨਾਥ, ਸਾਰਿਆਂ ਦਾ ਮਾਲਕ, ਸਾਰਿਆਂ ਦਾ ਠਾਕੁਰ, ਸਾਰਿਆਂ ਦਾ ਪਰਮੇਸ਼ਰ। ਹਜ਼ੂਰ ਕਹਿਣ ਲੱਗੇ ਉਹਦੇ ਵਿੱਚ ਤਾਕਤ ਆ। ਨਰਕ ਨਿਵਾਰਨ, ਵੀ ਨਰਕਾਂ ਤੋਂ ਸਾਨੂੰ ਨਿਵਾਰਨ ਬਚਾ ਲਵੇ, ਜਾਣੀ ਸਾਨੂੰ ਦੂਰ ਕਰ ਲਵੇ। ਸਾਚੋ ਸਾਚਾ ਨਾਏ। ਫਿਰ ਪੰਡਤਾਂ ਨੇ ਬੇਨਤੀ ਕੀਤੀ, ਮਹਾਰਾਜ ਉਹ ਸਾਰਿਆਂ ਨੂੰ ਨਰਕਾਂ ਤੋਂ ਬਚਾ ਲੈਂਦਾ। ਮਹਾਰਾਜ ਕਹਿਣ ਲੱਗੇ ਦੇਖੋ ਪੰਡਤ ਜੀ, ਇਹ ਉਹਦੀ ਮਰਜ਼ੀ ਆ। ਜੇ ਚਾਹਵੇ ਤੇ ਸਾਰਿਆਂ ਨੂੰ ਰਾਜ ਬਖਸ਼ ਦੇਵੇ, ਜੇ ਚਾਹਵੇ ਤੇ ਬ੍ਰਹਿਮੰਡ ਦਾ ਉਧਾਰ ਕਰ ਦੇਵੇ, ਜੇ ਚਾਹਵੇ ਤੇ ਕੁਝ ਵੀ ਕਰ ਸਕਦਾ, ਕਿਉਂਕਿ ਉਹਦੀ ਤਾਕਤ ਦਾ ਕੋਈ ਵੀ ਪੈਮਾਨਾ ਨਹੀਂ ਲਾ ਸਕਦਾ ਵੀ ਇੰਨੀ ਕੁ ਤਾਕਤ ਹੈ। ਕੁਛ ਵੀ ਕਰ ਸਕਦਾ। ਪਰ ਮਹਾਰਾਜ ਜੀ ਸਾਰਿਆਂ ਨੂੰ, ਮਹਾਰਾਜ ਕਹਿੰਦੇ ਨਹੀਂ, ਨਰਕਾਂ ਤੋਂ ਨਿਵਾਰਨ ਦੂਰ ਉਹਨਾਂ ਨੂੰ ਕਰਦਾ ਸਾਚੋ ਸਾਚਾ ਨਾਏ। ਨਾਏ ਦਾ ਅਰਥ ਵਡਿਆਈ। ਸਾਚੋ ਸੱਚ ਹੈ। ਜਿਹੜੇ ਗੁਰਮੁਖ ਪਿਆਰੇ ਸਾਚੋ, ਸਾਚੋ ਦਾ ਅਰਥ ਹੈ ਵੀ ਸੱਚਾ ਪ੍ਰਮਾਤਮਾ ਸੱਚ ਹੈ। ਉਸ ਸੱਚੇ ਪ੍ਰਮਾਤਮਾ ਦੀ ਵਡਿਆਈ ਕਰਦੇ ਨੇ, ਉਪਮਾ ਕਰਦੇ ਨੇ, ਉਸਤਤ ਕਰਦੇ ਨੇ। ਨਰਕ ਨਿਵਾਰਨ, ਮਹਾਰਾਜ ਕਹਿੰਦੇ ਉਹਨਾਂ ਦੇ ਨਰਕਾਂ ਨੂੰ ਦੂਰ ਕਰ ਦਿੰਦਾ। ਵਾਣ ਤ੍ਰੈਣ ਢੂਡਤ ਫਿਰ ਰਹੀ, ਮਨ ਮਹਿ ਕਰੋ ਵਿਚਾਰ। ਲਾਲ ਰਤਨ ਬਹੁ ਮਾਨ ਕੀ, ਸਤਿਗੁਰ ਹਾਥ ਭੰਡਾਰ। ਹਜ਼ੂਰ ਕਹਿਣ ਲੱਗੇ ਭਾਈ ਵਾਣ ਤ੍ਰੈਣ ਢੂਡਤ ਫਿਰ ਰਹੀ, ਜਿਹੜੀ ਇਹ ਜੀਵ ਰੂਪੀ ਇਸਤਰੀ ਹੈ ਨਾ, ਪਹਿਲਾਂ ਤਾਂ ਆਪਾਂ ਪਹਿਲਾ ਪਕਸ਼, ਪਹਿਲੇ ਪੱਖ ਦੇ ਵਿੱਚ ਜਿਹੜੇ ਅਰਥ ਹਨ ਉਹ ਅਰਥ ਕਰੀਏ। ਕਿਉਂਕਿ ਜਿਹੜੀ ਇਹ ਜੀਵ ਰੂਪੀ ਇਸਤਰੀ ਆ, ਜਾਣੀ ਜਿਹੜਾ ਇਹ ਬੰਦਾ ਜੀਵ ਆ, ਮਨੁੱਖ ਹੈ, ਜਿਨ੍ਹਾਂ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ, ਅੰਦਰ ਪਰਮਾਤਮਾ ਦੇ ਨਾਲ ਮਿਲਾਪ ਦਾ
ਖੇੜਾ ਪੈਦਾ ਹੋਇਆ, ਮਹਾਰਾਜ ਮਿਲ ਜਾਵੇ। ਮਹਾਰਾਜ ਕਹਿਣ ਲੱਗੇ ਫਿਰ ਉਹ ਬੰਦਾ ਕੀ ਕਰਦਾ? ਵਣ ਕਹਿੰਦੇ ਆ ਜੰਗਲਾਂ ਨੂੰ, ਤ੍ਰਣ ਕਹਿੰਦੇ ਆ ਜੰਗਲਾਂ ਦੇ ਵਿੱਚ ਘਾਹ ਫੂਸ ਜਾਂ ਜੰਗਲ ਦੇ ਵਿੱਚ ਬਨਸਪਤੀ। ਵਣ ਤ੍ਰਣ ਢੂਡਤ ਫਿਰ ਰਹੀ। ਹੁਣ ਜੀਵ ਰੂਪੀ ਇਸਤਰੀ ਕੀ ਕਰਦੀ ਆ? ਰੱਬ ਨੂੰ ਲੱਭਣ ਦੇ ਲਈ ਜਾਂਦੀ ਆ ਜੰਗਲਾਂ ਦੇ ਵਿੱਚ। ਭਗਤ ਫਰੀਦ ਜੀ ਵੀ ਲੱਭਦੇ ਰਹੇ। ਅੱਛਾ, ਇੱਕ ਮੈਂ ਬੇਨਤੀ ਕਰ ਦੇਵਾਂ, ਜਿਹੜੇ ਜੰਗਲਾਂ ਵਿੱਚ ਲੱਭਣ ਜਾਂਦੇ ਆ ਉਹ ਭਾਈ ਸਾਡੇ ਨਾਲੋਂ ਚੰਗੇ ਆ। ਇਹ ਨਾ ਕਿਹਾ ਕਰੋ ਵੀ ਹਾਂ ਖੰਡਨ ਗੁਰਬਾਣੀ ਨੇ ਤੇ ਖੰਡਨ ਕਰਨਾ ਹੀ ਕਰਨਾ। ਗੁਰਬਾਣੀ ਉਹਨਾਂ ਚਿਰ ਖੰਡਨ ਹੀ ਕਰਦੀ ਜਾਊਗੀ, ਖੰਡਨ ਹੀ ਕਰਦੀ ਜਾਊਗੀ, ਖੰਡਨ ਹੀ ਕਰਦੀ ਜਾਊਗੀ। ਕਿੰਨਾ ਚਿਰ? ਜਿੰਨਾ ਚਿਰ ਤੁਸੀਂ ਨਿਰੰਕਾਰ ਸਰੂਪ ਨਹੀਂ ਹੁੰਦੇ। ਸੂਖਸ਼ਮ ਜੀ ਵਿਚਾਰ ਇੱਕ ਤੁਹਾਡੇ ਨਾਲ ਸਾਂਝੀ ਕਰਾਂ। ਗੁਰਬਾਣੀ ਦੇ ਵਿੱਚ ਖੰਡਨ ਹੀ ਖੰਡਨ ਹੈ। ਮੰਡਨ ਇੱਕ ਨਾਮ ਦਾ ਹੈ, ਮੰਡਨ ਇੱਕ ਨਿਰੰਕਾਰ ਦਾ ਹੈ, ਮੰਡਨ ਇੱਕ ਪਰਮਾਤਮਾ ਦਾ, ਮੰਡਨ ਇੱਕ ਵਾਹਿਗੁਰੂ ਦਾ, ਮੰਡਨ ਇੱਕ ਵਿਆਪਕ ਦਾ, ਮੰਡਨ ਇੱਕ ਬ੍ਰਹਮ ਦਾ, ਮੰਡਨ ਇੱਕ ਨਿਰਗੁਣ ਸਰਗੁਣ ਸਰੂਪ ਦਾ ਹੈ, ਮੰਡਨ ਇੱਕ ਅਕਾਲ ਦਾ, ਮੰਡਨ ਇੱਕ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉਹਦਾ ਮੰਡਨ ਆ, ਬਾਕੀ ਖੰਡਨ ਹੀ ਖੰਡਨ। ਹੁਣ ਖੰਡਨ ਕਿਉਂ ਆ? ਦੇਖੋ ਸੂਖਸ਼ਮ ਜੀ ਵਿਚਾਰ ਹੈ। ਖੰਡਨ ਇਸ ਕਰਕੇ ਆ ਕਿਉਂਕਿ ਬਾਕੀ ਜੋ ਦ੍ਰਿਸ਼ਟਮਾਨ ਆ ਸਭ ਨਾਸ਼ਵੰਤ ਹੈ। ਗੁਰਬਾਣੀ ਨੇ ਤਾਂ ਇੱਥੋਂ ਤੱਕ ਭਗਵਾਨ ਰਾਮਚੰਦਰ ਜੀ ਤ੍ਰੇਤਾ ਦੇ ਅਵਤਾਰ। ਦੇਖੋ ਇੱਕ ਪਾਸੇ ਭਗਵਾਨ ਰਾਮਚੰਦਰ ਦੀ ਇਹ ਨਹੀਂ ਗੱਲ ਕਿ ਵਡਿਆਈ ਨਹੀਂ ਕੀਤੀ, ਉਪਮਾ ਵੀ ਕੀਤੀ ਆ। ਵੀ ਤ੍ਰੇਤੇ ਦੇ ਵਿੱਚ ਤੁਸੀਂ ਰਾਮ ਰਘੁਵੰਸ਼ ਕਹਾਇਓ, ਤ੍ਰੇਤੇ ਵਿੱਚ ਆਏ, ਫਿਰ ਦੁਆਪਰ ਵਿੱਚ ਕ੍ਰਿਸ਼ਨ ਦਾ ਰੂਪ ਲੈ ਕੇ ਆਏ। ਪਰ ਗੁਰਬਾਣੀ ਨੇ, ਗੁਰੂ ਨਾਨਕ ਦੀ ਬਾਣੀ ਨੇ, ਜਾਣੀ ਨੌਵੇਂ ਸਰੂਪ ਨੇ ਭਗਵਾਨ ਰਾਮਚੰਦਰ ਦਾ ਖੰਡਨ ਕਰ ਦਿੱਤਾ। ਕਹਿੰਦੇ ਰਾਮ, ਉਹ ਬਚਨ ਆਉਂਦੇ ਆ ਨਾ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਜਾਣੀ ਰਾਮ ਵੀ ਗਿਆ, ਜਾਣੀ ਖੰਡਨ ਕਰ ਦਿੱਤਾ। ਕਮਾਲ ਹੈ। ਗੁਰਬਾਣੀ ਨੂੰ ਸਮਝਣਾ ਕੋਈ ਇਹ ਖਾਲਾ ਜੀ ਦਾ ਵਾੜਾ ਨਹੀਂਗਾ। ਅਸਲ ਸਮਝ ਸਕਦੇ ਹੀ ਨਹੀਂ। ਮੈਂ ਵੀ ਇਹ ਸ਼ਬਦ ਫਿਰ ਥੋੜੇ ਜਿਹੇ ਗਲਤ ਬੋਲ ਜਾਣਾ ਵੀ ਗੁਰਬਾਣੀ ਸਮਝ ਵਿੱਚ ਨਹੀਂ, ਸਮਝ ਬੁੱਧੀ ਵਿੱਚ ਆ। ਗੁਰਬਾਣੀ ਬੁੱਧੀ ਦਾ ਵਿਸ਼ਾ ਨਹੀਂਗਾ। ਜਿਹੜੇ ਬੰਦੇ ਗੁਰਬਾਣੀ ਨੂੰ ਬੁੱਧੀ ਦਾ ਵਿਸ਼ਾ ਬਣਾ ਕੇ ਤੁਰਦੇ ਆ, ਹਾਂ ਮੈਂ ਕਈ ਵਾਰ ਬੇਨਤੀ ਕੀਤੀ ਆ ਵੀ ਬੁੱਧੀ ਦੇ ਦੁਆਰਾ ਗੁਰਬਾਣੀ ਦੇ ਆਪਾਂ ਅਰਥ ਕਰ ਸਕਦੇ ਆ। ਜਿਹਨੂੰ ਮੇਰੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਕਿਹਾ, ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਏ ਤਿੱਤੀ। ਆਪਣੀ ਬੁੱਧੀ ਮੁਤਾਬਕ ਕਰੀ ਚਲੋ ਅਰਥ। ਜਿੱਥੇ ਬੁੱਧੀ ਨਹੀਂ ਰਹਿ ਨਹੀਂ, ਬੁੱਧੀ ਜਿੱਥੇ ਖਤਮ ਹੋ ਗਈ। ਲੂਣ ਦੀ ਡਲੀ ਸਮੁੰਦਰ ਦਾ ਬਹੁਤ ਜ਼ਿਆਦਾ ਸਮੁੰਦਰ ਦੀ ਵਿਆਖਿਆ ਕਰ ਸਕਦੀ, ਕਿਉਂਕਿ ਸਮੁੰਦਰ ਦੀ ਵਿਆਖਿਆ ਕਰਨ ਦੇ ਲਈ ਲੂਣ ਦੀ ਡਲੀ ਕੋਲੇ ਅਥਾਹ ਅੱਗੇ ਸਭ ਕੁਝ ਪਿਆ। ਕਿੰਨੀਆਂ ਲਹਿਰਾਂ, ਅੰਤ ਤੱਕ ਤੇ ਸਮੁੰਦਰ ਦਾ ਲੂਣ ਦੀ ਡਲੀ ਦੇ ਮੁਕਾਬਲੇ 'ਚ। ਸਾਰੀ ਉਮਰ ਕੀ ਕਈ ਜਨਮ ਭੱਜਦੀ ਫਿਰੇ ਲੂਣ ਦੀ ਡਲੀ, ਲੂਣ ਦਾ ਧੇਲਾ। ਕਿਨਾਰਿਆਂ ਤੇ ਕਦੇ ਇੱਧਰ ਜਾ ਕੇ ਦੱਸੇ, ਕਦੇ ਉੱਧਰ ਜਾ ਕੇ ਦੱਸੇ। ਪਰ ਇੱਕ ਗੱਲ ਹੋਰ ਇੱਥੇ ਯਾਦ ਕਰਿਓ, ਸੂਖਸ਼ਮ ਜੀ ਵਿਚਾਰ ਆ ਬਰੀਕੀ ਵਾਲੇ। ਜਿੰਨਾ ਚਿਰ ਲੂਣ ਦੀ ਡਲੀ ਲੂਣ ਦੇ ਜਾਣੀ ਸਮੁੰਦਰ ਦੇ ਕੰਢੇ ਤੇ ਰਹਿੰਦੀ ਆ, ਉਹਨੂੰ ਆਨੰਦ ਆਈ ਜਾਂਦਾ। ਇਹੀ ਗੱਲ ਆ ਨਾ। ਹੁਣ ਸਮੁੰਦਰ ਹੈ, ਵੇਖੋ ਇੱਕ ਮੈਂ ਬਰੀਕੀ ਜੀ ਵਿਚਾਰ ਇੱਕ ਤੁਹਾਡੇ ਨਾਲ ਸਾਂਝੀ ਕਰਦਾ। ਲੂਣ ਦੀ ਡਲੀ, ਲੂਣ ਦੇ ਸਮੁੰਦਰ, ਕਿਉਂਕਿ ਸਮੁੰਦਰ ਸਾਰਾ ਲੂਣ ਹੀ ਆ, ਅਥਾਹ ਸਮੁੰਦਰ। ਜਿੰਨਾ ਚਿਰ ਉਹ ਸਮੁੰਦਰ ਦੇ ਕੰਢੇ ਤੇ ਆ, ਕਦੇ ਇੱਧਰ ਜਾਂਦੀ ਆ, ਕਦੇ ਉੱਧਰ ਜਾਂਦੀ ਆ, ਕਿਉਂਕਿ ਉਹਨੂੰ ਆਨੰਦ ਜ਼ਰੂਰ ਆ ਰਿਹਾ।
ਆਨੰਦ ਆ ਰਿਹਾ। ਕਿਉਂ ਆ ਰਿਹਾ? ਕਿਉਂਕਿ ਉਹ ਆਪਣੇ ਪਿਆਰੇ ਕੋਲੇ ਆ, ਆਪਣੇ ਪ੍ਰੇਮੀ ਕੋਲੇ ਆ, ਆਪਣੇ ਨਾਥ ਮਾਲਕ ਦੇ ਕੋਲੇ ਆ। ਅੱਛਾ, ਲੂਣ ਦੀ ਡਲੀ ਜਿਸ ਵੇਲੇ ਕਿਨਾਰੇ ਤੋਂ ਪਾਸੇ ਹੁੰਦੀ ਹੈ ਦੁਖੀ ਹੁੰਦੀ ਹੈ, ਇਹ ਵੀ ਗੱਲ ਆ ਨਾ। ਇਹ ਇੱਕ ਦਲੀਲ ਆ ਸਮਝਾਉਣ ਦੇ ਲਈ। ਲੂਣ ਦਾ ਧੇਲਾ ਥਾਂ ਥਾਂ ਤੇ ਜਾ ਕੇ ਸਮੁੰਦਰ ਦੀ ਉਪਮਾ ਕਰਦਾ ਹੈ, ਥਾਂ ਥਾਂ ਤੇ ਬੜੀ ਉਪਮਾ ਕਰਦਾ, ਇੰਨੀਆਂ ਲਹਿਰਾਂ, ਇੰਨਾ ਪਾਣੀ, ਪਰ ਉਹਦਾ ਅੰਤ ਨਹੀਂ। ਪਰ ਜਿਸ ਵੇਲੇ ਜਿੰਨਾ ਚਿਰ ਉਪਮਾ ਕਰਦਾ ਉਹ ਆਨੰਦ ਆ ਉਹਨੂੰ, ਪਰ ਜਿਸ ਵੇਲੇ ਉਹਦੇ ਵਿੱਚ ਛਾਲ ਮਾਰ ਦਿੱਤੀ, ਇੱਕ ਮਿੱਕ ਹੋ ਗਈ, ਹੁਣ ਕੀ ਦੱਸਿਓ ਸਮੁੰਦਰ ਬਾਰੇ ਭਾਈ। ਨਾ ਆਪਾਂ ਨੂੰ ਲੱਭਣੀ ਆ, ਨਾ ਤੁਹਾਨੂੰ ਲੱਭਣੀ ਆ। ਜਿਹੜੀ ਗਵਾਚ ਗਈ ਉਹ ਨਿਰੰਕਾਰ ਦੇ ਵਿੱਚ, ਉਹਨੂੰ ਕਿਤੇ ਲੱਭਣ ਦੀ ਕੋਸ਼ਿਸ਼ ਨਾ ਕਰਿਓ। ਖਾਲੀ ਹੱਥ ਮੁੜ ਕੇ ਆਵੋਗੇ, ਪੱਲੇ ਕੁਝ ਨਹੀਂ ਪੈਣਾ। ਜਿਹੜੇ ਗਹਿਰੇ ਉਤਰ ਗਏ ਨਾ ਉਹ ਨਹੀਂ ਮੁੜਦੇ। ਉਹ ਤਾਂ ਨਾਨਕ ਭਗਤਾਂ ਸਦਾ ਵਿਗਾਸ, ਬੜੀ ਡੂੰਗੀ ਡੂੰਗੀ ਲਹਿਰ ਦੇ ਵਿੱਚ ਉਤਰ ਗਏ। ਬਿਲਕੁਲ ਇਸੇ ਤਰ੍ਹਾਂ ਆਪ ਆਪਣੀ ਬੁੱਧ ਹੈ ਜੇਤੀ। ਜਿਹੜੀ ਬੁੱਧੀ ਲੂਣ ਦੀ ਡਲੀ ਦੀ ਤਰ੍ਹਾਂ ਸਮੁੰਦਰ ਦੇ ਕੋਲੇ ਜਿਵੇਂ ਰਹਿੰਦੀ ਹੈ, ਜਿਹੜੀ ਬੁੱਧੀ ਨਿਰੰਕਾਰ ਦੇ ਕੋਲੇ ਰਹਿੰਦੀ ਹੈ ਨਾ, ਨਿਰੰਕਾਰ ਹਜੇ ਹੋਈ ਨਹੀਂ ਗੀ, ਇਹਨੂੰ ਕਹਿੰਦੇ ਆ ਪ੍ਰੋਕਸ਼ ਗਿਆਨ। ਇੱਕ ਅਪਰੋਕਸ਼ ਹੁੰਦਾ, ਇੱਕ ਪ੍ਰੋਕਸ਼ ਹੁੰਦਾ। ਹੁਣ ਪ੍ਰੋਕਸ਼ ਜਾਣੀ ਕੋਲੇ ਚਲ ਗਈ, ਜਾਣੀ ਹੁਣ ਜਿਹੜੇ ਅਰਥ ਆਪਾਂ ਕਰ ਰਹੇ ਆ, ਤੁਸੀਂ ਸਰਵਣ ਕਰਦੇ ਆ। ਦੇਖੋ ਜਿੰਨਾ ਚਿਰ ਤੁਸੀਂ ਲੂਣ ਦੀ ਡਲੀ ਦੀ ਤਰ੍ਹਾਂ ਜਿਵੇਂ ਉਹ ਸਮੁੰਦਰ ਦੇ ਨੇੜੇ ਰਹਿੰਦੀ, ਇਹਨੂੰ ਆਨੰਦ ਆਉਂਦਾ, ਜਿੰਨਾ ਚਿਰ ਤੁਸੀਂ ਸੁਣੀ ਜਾਂਦੇ ਆ ਗੁਰਬਾਣੀ ਦੀ ਕਥਾ, ਗੁਰਬਾਣੀ ਦੀ ਵਿਚਾਰ, ਨਿਰੰਕਾਰ ਦੇ ਗੁਣ, 10 ਗੁਰੂ ਸਾਹਿਬਾਨਾਂ ਦੇ ਗੁਣ, ਉਹਨਾਂ ਚਿਰ ਆਪਾਂ ਨੂੰ ਆਨੰਦ ਜਾਈ ਜਾਂਦਾ, ਆਨੰਦ ਜਾਈ ਜਾਂਦਾ, ਆਨੰਦ ਜਾਈ ਜਾਂਦਾ। ਕਿਉਂਕਿ ਉਹਦੇ ਕੋਲੇ ਆ ਨਾ, ਬੁੱਧੀ ਕੋਲੇ ਆ। ਅੱਛਾ, ਬੁੱਧੀ ਨੇ ਹੀ ਉਹਦਾ ਰੂਪ ਹੋਣਾ, ਇਹ ਵੀ ਗੱਲ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹਦਾ ਅਰਥ ਕੀ ਆ? ਬੁੱਧੀ ਨੇ ਹੀ ਉਹਦਾ ਰੂਪ ਹੋ ਜਾਣਾ। ਇਹਨੂੰ ਕਹਿੰਦੇ ਬ੍ਰਹਮਾ ਕਰ ਬਿਰਤੀ। ਫਿਰ ਬ੍ਰਹਮ ਨੇਸ਼ਟੀ, ਬ੍ਰਹਮ ਸਰੋਤਰੀ, ਇਹ ਅਵਸਥਾ ਬਣ ਜਾਵੇਗੀ। ਭਗਤ ਧੰਨੇ ਵਾਲੀ, ਭਗਤ ਨਾਮਦੇਵ ਵਾਲੀ। ਕੁੱਤੇ ਦੇ ਮਗਰ ਦੌੜਿਆ ਨਾਮਦੇਵ, ਕਹਿੰਦਾ ਰੋਟੀ ਜਿਹੜੀ ਆ ਸੁੱਕੀ ਨਾ ਖਾ, ਘਿਓ ਨਾਲ ਖਾ ਲਾ। ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਹਜੇ ਸਮੁੰਦਰ ਦੇ ਕੰਢੇ ਨਹੀਂ ਗਏ, ਸਾਡੀ ਬੁੱਧੀ ਨਿਰੰਕਾਰ ਦੇ ਨੇੜੇ ਨਹੀਂ ਪਹੁੰਚੀ, ਧੰਦਿਆਂ 'ਚ ਉਲਝੀ ਫਿਰਦੀ ਆ, ਕੋਈ ਇੱਧਰ ਨੂੰ ਕੋਈ ਉੱਧਰ ਨੂੰ। ਅੱਛਾ, ਦੂਜੇ ਜਿਹੜੇ ਨੇੜੇ ਆ ਮਹਾਤਮਾ ਲੋਕ ਕੇ ਸਾਧੂ ਲੋਕ ਹੀ ਹੁੰਦੇ ਆ, ਜਿਨ੍ਹਾਂ ਦੀ ਬੁੱਧੀ ਮੈਂ ਕਹਾਂ ਵੀ ਸਵੱਛ ਹੋ ਗਈ, ਕੇਵਲ ਗੁਣ ਗਾਉਂਦੇ ਆ। ਹੁਣ ਗੁਣ ਤੇ ਗਾ ਰਹੇ, ਆਪ ਆਪਣੀ ਬੁੱਧ ਹੈ ਜੇਤੀ, ਆਪਣੀ ਬੁੱਧੀ ਦੇ ਨਾਲ ਬੜੇ ਅਰਥ ਕਰਦੇ ਆ, ਬੜੇ ਅਰਥ। ਇਹ ਵੀ ਧੰਨ ਆ ਭਾਈ, ਧੰਨ ਆ। ਫਿਰ ਮੈਂ ਕਹਾਂ ਵੀ ਜਿੰਨੇ ਮਹਾਂਪੁਰਸ਼ਾਂ ਨੇ, ਗੁਰਮੁਖ ਪਿਆਰਿਆਂ ਨੇ, ਭਾਈ ਸਾਹਿਬਾਂ ਨੇ ਟੀਕੇ ਕੀਤੇ ਆ ਨਾ, ਮੈਂ ਕਹਿੰਦਾ ਵੀ ਧੰਨ ਆ। ਸਮੁੰਦਰ ਦੇ ਨੇੜੇ ਆ ਉਹ, ਨਿਰੰਕਾਰ ਦੇ ਨੇੜੇ ਬੁੱਧੀ ਆ। ਬ੍ਰਹਮਾਕਾਰ ਬਿਰਤੀ ਦੇ ਵਿੱਚੋਂ ਕੋਈ ਅਰਥ ਨਹੀਂ ਨਿਕਲਦਾ। ਮਹਾਤਮਾ ਬੁੱਧ ਜੀ ਦੇ ਕੋਲੇ, ਮਹਾਤਮਾ ਬੁੱਧ ਉਹਦੇ ਕੋਲੇ ਕੋਈ ਆਇਆ, ਤੁਹਾਡੇ ਵਰਗਾ ਕੋਈ ਚੱਲ ਗਿਆ, ਏਦਾਂ ਨਾਸਤਕ ਬੰਦਾ ਸੀ, ਜਾ ਕੇ ਕਹਿੰਦਾ ਮੈਨੂੰ ਦਿਖਾ ਰੱਬ ਕਿੱਥੇ ਆ। ਚੁੱਪ। ਫਿਰ ਪੁੱਛਿਆ ਵੀ ਤੁਸੀਂ ਰੱਬ ਦੀ ਗੱਲ ਕਰਦੇ ਹੋ, ਨਿਰੰਕਾਰ ਦੀ ਗੱਲ ਕਰਦੇ ਹੋ, ਦੱਸੋ ਕਿੱਥੇ ਆ। ਚੁੱਪ। ਤੀਜੀ ਵਾਰੀ ਫਿਰ ਪੁੱਛਿਆ, ਚੁੱਪ। ਮੰਦਾ ਚੰਗਾ ਬੋਲ ਕੇ ਐਵੇਂ ਲੋਕਾਂ ਨੂੰ ਬੁੱਧੂ ਬੁਲਾਉਣ ਦੇ ਲਈ, ਲੋਕਾਂ ਨੂੰ ਲੁੱਟਣ ਦੇ ਲਈ। ਅੱਜ ਵੀ ਅਸੀਂ ਕਹਿ ਲਈਏ ਨਾ, ਮੈਂ ਰਾਤ ਹੀ ਇੱਕ ਪ੍ਰੋਗਰਾਮ ਸੁਣ ਰਿਹਾ ਸੀਗਾ ਫੇਸਬੁੱਕ ਦੇ ਉੱਪਰ, ਕੈਨੇਡਾ ਦੇ ਵਿੱਚ ਵੀਰ ਉਹ ਕਰਦੇ ਆ ਪ੍ਰੋਗਰਾਮ, ਰੇਡੀਓ ਵਾਲੇ ਆ। ਮੈਂ ਸੁਣ ਰਿਹਾ ਸੀਗਾ, ਦੇਖੋ ਜੇ ਤੁਹਾਡੀ ਬੁੱਧੀ ਨਹੀਂ ਉੱਥੋਂ ਤੱਕ ਚੱਲਦੀ ਤੇ ਫਿਰ ਸੰਗਤ ਨੂੰ ਗਲਤ ਰਸਤੇ ਤਾਂ ਨਾ ਪਾਓ। ਉਹ
कह रहे थे कहते जी नाम जपण की कोई लोड़ नहीं, ये तो एवें बस टकवंज है। मैं विच टिप्पणी करती, मैं क्या भी निज स्वरूप के अर्थ दस दो। कहते निज स्वरूप साडा शरीर ही आ। मैं क्या शरीर तो नाशवंत है। मन आ साडा, मैं क्या मन भी इंद्रिया नाशवंत मन्निया। ये मन चंचला ते तुराई किन्ने ना पाया। हुण जे मैं कह देवां कि मैं ज्ञाता बन के लोकां नूं समझावां ते मेरे विच ये ताकत नहीं भी लोकां नूं मैं गलत दसां। गुरबाणी का आपां अनर्थ नहीं कर सकते, अर्थां का अनर्थ नहीं ना। चेते रखो ये गल। जिन्हां दी बुद्धि, फिर बेनती कर देवां, जिन्हां दी बुद्धि निरंकार दे नेड़े आ ना, वो टुबकियां ला ला के ज्ञान रूपी समुंदर दे विचों विचारां रूपी लाल मोती हीरे बड़ा कुछ कढ़ के लियाउंदे आ। वो अर्थ कर दिंदे आ, पर बुद्धि गुरबाणी दे अर्थ नहीं कर सकती। समझ तो परे, इस करके गुरु साहब ने क्या अगोचर। अच्छा, जो समझ विच आ नाशवंत, ये भी गल याद रखियो। बड़ी गहरी विचार है। महात्मा बुद्ध जी नूं पुछिया जिस वेले, वो कहन लगे जी एक दसो भी तुसी रौला ही पाई जाने एवें बिना गल तो, फिर रब हैगा दिखाओ, ਉਹਦੇ बारे बोलो। इदा कह के वह नास्तिक चल गया। महात्मा बुद्ध का चेला आनंद सी, कह लगा जी किन्ना कुछ बोल के गया, तुसी कुछ ना कुछ दस दे। बुद्ध जी कह लगे दसी तो गया, कित्थे दसिया जी, सानू तो सुनिया नहीं। कहते बस तुसी तो चुप ही सी। आनंद जी वह चुप ही जवाब, चुप। असंख कह है सिर भार होए। ये जिन्ने अर्थ है मेरी बुद्धि चो निकले वे आ। हुण जिन्नी गुरबाणी है, मैं कई बार विचारदा, एक ओंकार तो लैके 18, 10, 20 तक ये तुरकी बाणी क्यों आई है। तुरकी बाणी आई तिन सगली चिंत मटाई, क्योंकि आवाज उत्थों आ रही है जिथे आवाज कोई है ही नहीं। ये अखर खर जाहेगे ओए अखार इनमें ना है। सो इस करके गुरबाणी ने सब का खंडन ही किया, सब का अर्थ समझ लियो, फिर ना उल्ट समझ लियो भी सब का खंडन। क्योंकि जो दृष्टमान आ वो सब खंडन ही खंडन। उन रामचंद्र जी त्रेते के अवतार, इदू उपर तो कोई हो ही नहीं सकता ना। कृष्ण जी द्वापर दे अवतार, इदू उपर की कहोगे तुसी। गुरबाणी ने रामचंद्र का भी खंडन किया। वो क्यों खंडन किया। रामचंद्र की उपाधि का खंडन किया। उपाधि तो अर्थ होंदा शरीर। शरीर रामचंद्र जी का भी नहीं रहा, शरीर कृष्ण जी का भी नहीं रहा, शरीर किसी का किसी पीर पैगंबर का रहना ही नहीं। याद रखियो, जो अखंड है वही गुरबाणी विच उपमा है, खंडन तो रहत। बाकी सब खंडन, बाकी सब। अच्छा, एक होर बेनती कर देवां, तुसीं कहोगे भी संसार की भी कई थां ते उपमा की है। वो जिहड़ी उपमा ना, वो इउं नहीं कीती गई उपमा भी संसार। गुरबाणी कदे विरोधाभास नहीं हो सकती। एक गल कही होवे ते गुरबाणी कट देवे, वो गल ना। मेरी बिरती छोटी आ, मेरी विचार छोटी आ, मेरी बुद्धि उत्थों तक पहुंच नहीं रहेगी। ताइयों उस गुरबाणी का साडे प्रचारक अजकल की करते, एक तुक लैके ते कट्टी जाते हैं गल नूं। नहीं, ये गलत है। निरंकारी जिहड़ी बाणी आ, संसार की उपमा उदों की है कई थावां ते, संसार के परथाए भी शब्द। वो ब्रह्माकार बिरती जिस गुरमुख प्यारे की तुरीया अवस्था होगी ना, उन्हें कह दिता भी सब सत ही सत है। उदों ये बचन आउंदे आ। कलगीधर पातशाह ने कहा जले हरी थले हरी,
सब पासे हार ही हार है, परमात्मा ही परमात्मा। हुण इत्थे ओही दस रहे ने, महाराज कहन लगे भाई वाण तरैन ढूढ़त फिर रही। ਪਹਿਲਾਂ ਤੇ ਬੰਦਾ ਕੀ ਕਰਦਾ, ਵਾਣ ਜੰਗਲ ਦੇ ਵਿੱਚ, ਤਰੈਣ ਬਨਸਪਤੀ ਦੇ ਵਿੱਚ ਢੂਡਤ ਲੱਭ ਰਿਹਾ। ਹੁਣ ਇਹ ਮਾੜੀ ਗੱਲ ਨਹੀਂ, ਉਹਨਾਂ ਦੀ ਬਿਰਤੀ ਨਿਰੰਕਾਰ ਦੇ ਨੇੜੇ ਹੋ ਰਹੀ ਆ। ਹੁਣ ਮੇਰੇ ਵਰਗੇ ਖਾ ਕੇ 8-8 ਰੋਟੀਆਂ ਮਾਰ ਕੇ ਢਿੱਡ ਤੇ ਹੱਥ, ਕਿਸੇ ਵਕਾਰ ਦਾ ਤਿਆਗ ਨਹੀਂ ਕੀਤਾ। ਵਕਾਰ ਤੋਂ ਅਰਥ ਨਾ ਪਰਮਾਰ ਦਾ ਮੋਹ ਛੱਡਿਆ, ਨਾ ਧਨ ਦਾ ਮੋਹ ਛੱਡਿਆ, ਨਾ ਦੌਲਤ ਦਾ ਮੋਹ ਛੱਡਿਆ। ਵੇਖੋ ਮੈਂ ਇਹ ਵਿਚਾਰ ਕਰ ਰਿਹਾ ਤੁਹਾਡੇ ਨਾਲ, ਗੁਰਬਾਣੀ ਨੇ ਖੰਡਨ ਕੀਤਾ ਇਹਨਾਂ ਚੀਜ਼ਾਂ ਦਾ। ਗੁਰਬਾਣੀ ਨੇ ਖੰਡਨ ਕੀਤਾ ਇਹਨਾਂ ਚੀਜ਼ਾਂ ਦਾ, ਵੀ ਪਰਿਵਾਰ ਨਹੀਂ ਛੱਡਣਾ, ਧਨ ਨਹੀਂ ਛੱਡਣਾ, ਦੌਲਤ ਨਹੀਂ ਛੱਡਣੀ, ਬੱਚੇ ਨਹੀਂ ਛੱਡਣੇ, ਜਾਨੀ ਸੰਸਾਰ ਨਹੀਂ ਛੱਡਣਾ। पर ये किन्ना नूं क्या याद रखियो। अच्छा मैं एक गल कहना भी, जे गल हुंदी भी ये छड्डना नहीं कुछ भी, तो फिर गुरु नानक क्यों कहंदे कूड़ राजा कूड़ प्रजा कूड़ सब संसार, भी संसार ही झूठा है, तो फिर झूठे नाल लगाओ की। फिर क्यों गुरु नानक कह रहे हैं भी ये छड्डना नहीं गा। मेरी समझ विच फर्क है। एक तो मैं आ भी संसार विच रह के, मैं अपने आप नूं कहना, एक मैं आ जिहड़ा पुत्रां विच रह के, परिवार विच रह के, संसार विच रह के पुत्रां दे मोह विच फसिया होया। मैनूं $4 दिस जाण ते मैं की नहीं करदा। आ देखो वड्डे वड्डे जिहड़े संत तो भाई बने हुए ने, आपां नूं पता ही आ, ਜਾਂ ਵੱਡੇ ਵੱਡੇ ਜਿਹੜੇ ਗੁਰਬਾਣੀ ਦੀ ਨਿੰਦਿਆ ਕਿੰਨੀ ਕਰਦੇ ਆ, ਤੁਹਾਨੂੰ ਪਤਾ ਹੀ ਆ। ਦੂਜਿਆਂ ਦਾ ਖੰਡਨ ਕਰਨਾ ਬੜਾ ਸੌਖਾ ਹੈ। ਦੇਖੋ ਜੀ ਗੁਰਬਾਣੀ ਨੇ ਆਹ ਗੱਲ ਕਹੀ ਆ ਜੀ, ਇਹ ਖੰਡਨ ਕੀਤਾ ਜੀ ਗੁਰਬਾਣੀ ਨੇ, ਹਾਂ ਕੀਤਾ, ਪਰ ਫਿਰ ਮੇਰੀ ਦ੍ਰਿਸ਼ਟੀ 'ਚ ਕਿਤੇ ਨਾ ਕਿਤੇ ਫਰਕ ਆ। ਉਹ ਕਿਉਂ ਆ, ਯਾਦ ਰੱਖਿਓ। ਮੈਂ ਕਹਿੰਦਾ ਗੁਰਬਾਣੀ ਨੇ ਖੰਡਨ ਕੀਤਾ, ਉਹਨਾਂ ਲਈ ਕੀਤਾ जिन्हां ने सब कुछ त्यागता सी, त्याग के कहंदे परमात्मा नूं लभना। महाराज कहंदे त्यागो, ये नहीं कहा नहीं त्यागना, ये भी नहीं कहा भी ग्रहण करना। महाराज ने कहा त्यागना भी आ ते ग्रहण भी करना, दोवें गल्लां बड़ी औखी। इसे करके क्या भगतां की चाल नराली, चाला नराली, भगता हा केरी बिखम, मार्ग चलना यही बिखम। हुण एक ऐसी खेड़ हुई, एक सिक्के दे दो पहलू, भी छड्डना भी है तो नहीं भी। याद रखियो, जे आ ते मैं वड्डा प्रचारक, वड्डा संत, वड्डा कथावाचक, नामी कह लवो कोई भी, ते मैं परिवार दा मेरा मोह अपने झाती आप मार लियो अंदर। सब तो पहला मैं अपने अंदर आप ही मारी जाना। दूजे ते उंगल करन तो पहला 3 उंगलां मेरे वाल आउंदियां। याद रखो, आ वेखो भी अपने आप अंदर तक। जे तां ये गल है भी मैं वड्डा प्रचारक हाँ, वड्डा कथावाचक हाँ, वड्डा मैं अपने आप नूं संत खवाउणा, ते लोकां नूं मैं ये गल कहना भी सब कुछ छड्ड दो। लोकां नूं कह रहा भी ये सब कुछ छड्ड दो, पर आप मैं छड्डिया नहीं। छड्डण तो अर्थ फिर मैं बेनती करदा भी छड्ड के नहीं पहाड़ां चले जाना। कमल दे फुल दी तरह निर्लेप रहना, निर्लेप, करता नहीं बनना, दृष्टा बनना। थोड़ा जा नुकसान हो जो साडे घरे तो असीं पिट्टन लग पैने, रोन लग पैने, हाय मर गए, हाय जी, जिहड़े दूजियां नूं कहिंदे। फिर बेनती करा, जे मैं
बड़ा वड्डा कथावाचक हाँ, मैं वड्डा प्रचारक हाँ, वड्डा पंडित हाँ। दूजिਆਂ ਨੂੰ मैं ये गल कह रहा भी ये छड्ड के जी पहाड़ां ते चल गए आ, इन्हां ने सब कुछ छड्ड दिता जी, ये छड्ड के शमशान भूमि विच बह गए आ, ये छड्ड के जंगल विच बह गए आ, ये छड्ड के फलाने थां चल गए आ। पर आप मैं मोह छड्डिया नहीं संसार दा, ते मेरा कहण दा उन्हां नूं हक नहीं गा। समझ गए हो? मेरे नालों एक पौड़ी ਜਾਂ कह लो भी एक स्टैप अगे आओ, एक कदम अगे आओ। मैं जिन्ना मर्जी गुरबाणी नूं वाची जाना, गुरबाणी नूं वाच के कह रहा, बथेरे इहो जे महात्मा लोग होंदे आ, संत समूह नेक मत्ती के, ਜਿਹੜੇ परिवार नूं धन दौलत माया नूं छड्ड के वो जंगल विच चल जांदे आ। जंगल विच तों अर्थ भी वो कहंदे भी संसार नाल साडा हुण कोई कार विहार नहीं गा। वो चल गए, ठीक आ, मैं मन्नी ये गल, मैं मान ली। गुरमत के अनुसार ये गल उतरती नहीं गी। पर क्यों नहीं उतरती? क्योंकि गुरमत ने यह गल कही है, उन्हां दे प्रथाए गुरमत ये गल कहती है, गुरबाणी कहती है भी तुहाडे लई तुसीं छड्डो ना, यानी तुसीं डर रहे हैं तो डरो ना, इहदे विच रह के इहनूं छड्डो। पानी विच उतर के पानी तो तैरो, डुबो ना ते ना ही भज्जो। पानी विच रह के पानी विच तैरन दा तरीका सिखो, ढंग सिखो। दो कैटागरी दे बंदे आ, एक डुब गए, एक भज गए आ। ते गुरमुख प्यारे तैरदे आ, जानी वो संसार विच रह के तैर रहे आ। हुण मेरे वर्गा तक ही जांदा जी, वो गुरमत ये गल कहंदी आ जी संसार नहीं छड्डना गा। ठीक आ, उन्हां दे गुरबाणी मुताबक गलत आ। पर जे मैं आप गरसिया होया, मेरे अपने पैर हजे गरसे आ संसार दे मोह विच। पुत मैनू चंगे लगदे आ, परिवार मैनू चंगा लगदा, छल कपट मैं न्यूजीलैंड एक मैं देखिया, बड़े देखे आ, हजे सुपने मैनू आई जांदे आ विआहां दे। दसो इहदा मतलब यह मैं दूजे नूं कहण दा हजे हकदार नहीं गा। जिस वेले मेरी अवस्था राजे जनक वर्गी बन गई, जां गुरमुख प्यारा जिहड़ा सीगा बेअंत गुरु के सिख होए आ, भाई भखारी जी वर्गी, जां भाई बहिलो वर्गी, भाई सालो वर्गी, भाई मंझ वर्गी, भी संसार विच रह के संसार तो उपर हो गया, फिर मैं ये गल उन्हां नूं कह सकदा भी तुसीं गलत कर रहे हो, छड्डो ना, क्योंकि तुसीं डरो ना संसार तो। पर जे मैं आप अजे गरसिया होया तो मैं दूजिਆਂ नूं कह रहा किते ना किते हजे मैं बहुत वड्डी गलती कर रहा। इस करके गुरबाणी ने खंडन उन्हां दा भी कीता जिहड़े मेरे वर्गे विच रह के संसार दे पूरे गरसे होए आ, चक्कड़ विच फसे होए आ, ते उन्हां दा भी कीता जिहड़े डर के भज गए। उन्हां दा मंडन कीता जिहड़े संसार विच रह के संसार दी वस्तु नूं झूठियां जाणदे। इत्थे महाराज की कह रहे आ, लम्मी विचार हो जाती है। वाण त्रैन ढूडत फिर रही मन मह करो विचार। पहला तो भाई जंगलों च ना जावो, जंगलों च नहीं जाना। अच्छा रहना कित्थे है जी? घरे। ते घरे किद्दां रहना? अच्छा जे घरे रह के फिर नहीं मोह छड्डिया तो फिर घरे रहन दा भी की फायदा? महाराज कहन लगे घरे रह के मन मह करो विचार, मन विच विचार करो। वण स्थूल शरीर त्रैण सूक्ष्म शरीर। स्थूल शरीर दे विच जिहड़ा सूक्ष्म शरीर है, ये सूक्ष्म शरीर दे राही विचार करो मन विच भी मैं निरंकार स्वरूप किद्दां होना, उहदी जोत उस वाहिगुरु अकाल दे विच मैं किद्दां भेद होना। लाल रतन बहु मानकी सतगुर हाथ भंडार। फिर पंडिता ने बेनती की, महाराज ये विचार मिलेगी कितों? पक्की गल जो आप कोई विचार करते हैं ना तो फिर आप कहने भी विचार नूं लभ के लियाई। जिस दे प्रति विचार आ उन्होंने लभण की भी लोड़ आ। महाराज कहते लभ। लाल रतन बहु मानकी। लाल
ਰਤਨ, ਲਾਲ ਰਤਨ ਕਿੱਥੇ ਹੁੰਦੇ ਆ, ਮਾਣਕ ਕਿੱਥੇ ਹੁੰਦੇ ਆ? ਸਮੁੰਦਰ ਵਿੱਚ। ਪਹਿਲਾ ਅਰਥ, ਸਤ ਸੰਗਤ ਰੂਪੀ ਸਮੁੰਦਰ ਦੇ ਵਿੱਚ ਲਾਲ ਵੀ ਪਿਆ, ਰਤਨ ਵੀ ਪਿਆ, ਮਾਣਕ ਵੀ ਪਿਆ। ਨਾਮ ਰੂਪੀ ਲਾਲ ਲਾ ਲਵੋ, ਸ਼ਰਧਾ ਰੂਪੀ ਰਤਨ ਲਾ ਲਵੋ, ਵਿਵੇਕ ਰੂਪੀ ਗਿਆਨ ਰੂਪੀ ਮਾਣਕ ਲਾ ਲਵੋ। ਸਤਿਗੁਰ ਹਾਥ ਭੰਡਾਰ ਤੇ ਮਲਾਹ ਰੂਪੀ ਗੁਰੂ ਬੈਠਾ ਉੱਤੇ, ਜਿਹੜਾ ਲੱਭ ਕੇ ਦੇਵੇਗਾ ਉਹਦੇ ਕੋਲ ਇਹ ਭੰਡਾਰਾ ਹੈ। ਤੀਸਰਾ ਅਰਥ ਹੈ ਵੀ ਜਿਹੜਾ ਇਹ ਸਰੀਰ ਹੈ, ਗੁਰੂ ਦੱਸੇਗਾ। ਗੁਰੂ ਸਰੀਰ ਰੂਪੀ ਸਮੁੰਦਰ ਦੇ ਵਿੱਚ, ਸੂਖਸ਼ਮ ਰੂਪੀ ਜਲ ਦੇ ਵਿੱਚ ਥੋੜੀ ਜਿਹੀ ਟੁੱਬੀ ਲਾ ਕੇ ਦੇਖੋ, ਥੱਲੇ ਨੂੰ ਉਤਰੋ, ਅੱਗੇ ਨਿਜ ਸਰੂਪ ਰੂਪੀ ਲਾਲ ਮੋਤੀ ਹੀਰੇ ਸਭ ਉੱਥੇ ਪਏ ਆ, ਇਹਦੇ ਵਿੱਚੋਂ ਲੱਭੋ। ਸਭ ਕੁਝ ਕਾਇਆ ਦੇ ਵਿੱਚ ਹੀ ਆ। ਉਤਮ ਹੋਵਾ ਪ੍ਰਭ ਮਿਲੈ, ਇਕ ਮਨ ਏਕੈ ਭਾਏ, ਨਾਨਕ ਪ੍ਰੀਤਮ ਰਸ ਮਿਲੇ, ਲਾਹਾ ਲੈ ਪਰਥਾਏ। ਉਤਮ ਹੋਵਾ ਪ੍ਰਭ ਮਿਲੈ, ਜਦੋਂ ਗੁਰੂ ਨੇ ਦੱਸਣਾ, ਉਹੀ ਗੱਲ ਆ ਗਈ ਨਾ ਗੁਰੂ ਦੀ। ਗੁਰੂ ਦੱਸੇਗਾ ਕਿ ਭਾਈ ਉਤਰ ਜਾ, ਆਪਣੇ ਸਰੀਰ ਵਿੱਚ ਹੀ ਤਾਰਨਾ ਤੈਨੂੰ ਗੁਰੂ ਨੇ, ਹੋਰ ਕਿਤੇ ਨਹੀਂ ਤਾਰਨਾ, ਕਿਉਂਕਿ ਸਭ ਕੁਝ ਕਾਇਆ ਦੇ ਅੰਦਰ ਹੀ ਆ। ਇੱਕ ਥਾਂ ਤੇ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਹੁਤ ਥਾਵਾਂ ਤੇ ਬਚਨ ਆਉਂਦੇ ਵੀ ਸਭ ਕੁਝ ਸਰੀਰ ਦੇ ਅੰਦਰ ਹੀ ਆ, ਬਾਹਰ ਬੂਰ ਹੈ ਨਹੀਂ ਕੁਝ ਵੀ, ਅੰਦਰ ਨੂੰ ਮੁੜ। ਗੁਰੂ ਨੇ ਦੱਸਤਾ ਢੰਗ, ਗੁਰੂ ਨੇ ਦੱਸਤਾ ਤਰੀਕਾ। ਉਤਮ ਹੋਵਾ ਪ੍ਰਭ ਮਿਲੈ, ਫਿਰ ਮੈਨੂੰ ਉੱਤਮ, ਮੇਰੇ ਸ੍ਰੇਸ਼ਟ ਭਾਗ ਸੀ, ਚੰਗੇ ਕਰਮ ਸੀ, ਮੈਨੂੰ ਪ੍ਰਭ ਮਿਲ ਗਿਆ। ਪ੍ਰਭ ਮਿਲਿਆ, ਜਦੋਂ ਮੈਨੂੰ ਪ੍ਰਭ ਮਿਲ ਗਿਆ ਫਿਰ ਮੈਂ ਉੱਤਮ ਉੱਤਮ ਹੋ ਗਿਆ। ਸਾਰਿਆਂ ਵਿੱਚ ਮੇਰੀ ਜੈ ਜੈਕਾਰ ਹੋ ਗਈ। ਰਚਨਾ ਰਾਚ ਜਿਨ ਰਚੀ, ਜਿਨ ਸਿਰਿਆ ਆਕਾਰ, ਗੁਰਮੁਖ ਬਿਅੰਤ ਧਿਆਈ ਹੈ, ਅੰਤ ਨ ਪਾਰਾਵਾਰ। ਪੰਡਤ ਜੀ, ਰਚਨਾ ਰਾਚ ਜਿਨ ਰਚੀ, ਜਿਸ ਨਿਰੰਕਾਰ ਨੇ ਰਚਨਾ ਰਾਚ, ਕਾਰਨ ਤੋਂ ਕਾਰਿਆ। ਈਸ਼ਵਰ ਕਾਰਨ ਆ ਸਾਰੇ ਜਗਤ ਦਾ, ਤੇ ਜਗਤ ਕਾਰਿਆ। ਕਾਰਨ ਤੇ ਕਾਰਿਆ ਦੇ ਪਿੱਛੇ ਕਰਤਾ ਹੁੰਦਾ। ਬੜੇ ਗਹਿਰੇ ਬਚਨ ਹੈ। ਜਿਵੇਂ ਮੈਂ ਕਹਾਂ ਵੀ ਆ ਹੁਣ ਬੈਂਚ ਪਿਆ, ਬੈਂਚ ਦਾ ਕਾਰਨ ਲੱਕੜ, ਠੀਕ ਹੈ ਜੀ। ਲੱਕੜ ਮੋਟੀ ਆ, ਪਹਿਲਾਂ ਟਾਹਲੀ ਸੀ ਜਾਂ ਕੋਈ ਵੀ ਲੱਕੜ ਮੋਟੀ, ਇੱਕ ਢੇਲੇ ਦੇ ਰੂਪ ਵਿੱਚ ਪਈ ਸੀ, ਜਾਣੀ ਬਹੁਤ ਭਾਰਾ ਮੁੱਢ ਕਹਿ ਲੋ। ਲੱਕੜ ਕਾਰਨ ਸੀ ਕੁਰਸੀ ਦਾ, ਕੁਰਸੀ ਬਣ ਗਈ ਜਾਂ ਮੇਜ਼ ਕਹਿ ਲਵੋ, ਉਹ ਬਣ ਗਿਆ ਕਾਰਿਆ। ਲੱਕੜ ਦੇ ਵਿੱਚੋਂ ਬਣਾਉਣ ਵਾਲਾ ਕੌਣ? ਮਿਸਤਰੀ, ਉਹ ਕਰਤਾ ਹੋ ਗਿਆ। ਕਾਰਨ ਤੇ ਕਾਰਿਆ ਦੇ ਪਿੱਛੇ ਕਰਤਾ ਹੈ। ਇਸ ਕਰਕੇ ਕਿਆ ਰਚਨਾ, ਆ ਸਾਰੀ ਰਚਨਾ ਰਾਚ। ਰਾਚ ਉਹੀ ਗੱਲ ਹੋ ਗਈ, ਕਿਤੇ ਨਾ ਕਿਤੇ ਇਹ ਸੂਖਸ਼ਮ ਰੂਪ ਦੇ ਵਿੱਚ ਸਭ ਕੁਝ ਪਿਆ, ਸੂਖਸ਼ਮ ਰੂਪ ਦੇ ਵਿੱਚ। ਕਿਉਂਕਿ ਮੈਂ ਅੱਗੇ ਵੀ ਬੇਨਤੀ ਕੀਤੀ ਆ, ਇਹ ਦ੍ਰਿਸ਼ਟੇ ਚੋਂ ਹੀ ਦ੍ਰਿਸ਼ਟਾ ਆ ਰਿਹਾ, ਫਿਰ ਇਹ ਦ੍ਰਿਸ਼ਟਾ ਰੂਪ ਹੋ ਰਿਹਾ। ਇਸ ਖੋਪਤੀ ਚ ਪਿਆ ਸਭ ਕੁਝ। ਉੱਥੋਂ ਫਿਰ ਇਹ ਕੀ ਹੋ ਗਿਆ? ਰਚਨਾ ਰਾਚ ਜਿਨ ਰਚੀ। ਰਚੀ ਕਿਹਨੇ ਆ? ਕਰਤੇ ਨੇ। ਤੇ ਰਾਚ ਕੀ ਆ? ਰਾਚ ਹੋ ਗਈ ਕਾਰਿਆ, ਜਿੰਨਾ ਕੁਝ ਦ੍ਰਿਸ਼ਟਮਨ ਦਿਸ ਰਿਹਾ। ਰਚਨਾ ਜਿੱਥੋਂ ਇਹ ਸਾਰਾ ਕੁਝ ਆਇਆ। ਜਿਨ ਸਿਰਿਆ ਆਕਾਰ, ਜਿਸ ਵਾਹਿਗੁਰੂ ਨੇ ਸਾਰਾ ਆਕਾਰ, ਸਭ ਕੁਝ ਜਿੰਨਾ ਵੀ ਆਪਾਂ ਨੂੰ ਦਿਸ ਰਿਹਾ ਉਹ ਸਿਰਿਆ ਹੋਇਆ। ਗੁਰਮੁਖ ਬੇਅੰਤ ਧਿਆਈਆ, ਅੰਤ ਨਾ ਪਾਰਾਵਾਰ। ਜਿਹੜੇ ਗੁਰਮੁਖ ਪਿਆਰੇ ਆ ਨਾ, ਗੁਰੂ ਦੇ ਮੁਖ ਤੋਂ ਉਪਦੇਸ਼ ਲੈ ਕੇ ਬੇਅੰਤ ਵਾਹਿਗੁਰੂ ਨੂੰ ਧਿਆਈਆ ਧਿਆਉਂਦੇ ਨੇ, ਉਹ ਕਹਿੰਦੇ ਅੰਤ ਨਾ ਪਾਰਾਵਾਰ। ਉਹ ਕਹਿੰਦੇ ਉਹਦਾ ਅੰਤ ਹੀ ਨਹੀਂਗਾ।
ਕਿਵੇਂ ਅੰਤ ਪਾਵਾਂਗੇ ਉਹਦਾ? ਨਾ ਇੱਧਰਲਾ ਨਾ ਉੱਧਰਲਾ। ਢਾੜੈ ਰੂੜਾ ਹਰ ਜੀਉ ਸੋਈ, ਤਿਸ ਬਿਨ ਰਾਜਾ ਅਵਰ ਨ ਕੋਈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਡਤਾਂ ਨੂੰ ਕਿਹਾ ਵੀ ਦੇਖੋ, ਗੁਰਮੁਖੀ ਦੇ ਵਿੱਚ ਢਾੜਾ ਅੱਖਰ ਆਉਂਦਾ। ਢਾੜਾ ਰੂੜਾ ਕਹਿੰਦੇ ਆ ਸੁੰਦਰ। ਢਾੜਾ ਅੱਖਰ ਕਹਿੰਦਾ ਵੀ ਰੂੜਾ ਹਰ ਜੀਉ ਸੋਈ, ਜਿਹੜਾ ਉਹ ਹਰੀ ਵਿਆਪਕ ਆ ਉਹਦੇ ਵਰਗਾ ਕੋਈ ਸੁੰਦਰ ਨਹੀਂ ਗਾ। ਜਿੰਨਾ ਉਹ ਸੁੰਦਰ ਆ ਨਾ, ਸਰਗੁਣ ਰੂਪ ਦੇ ਵਿੱਚ ਗੁਰੂ ਨਾਨਕ ਆਏ, 10 ਗੁਰੂ ਸਾਹਿਬਾਨ ਆਏ, ਕਿਤੇ ਮਹਾਰਾਜ ਦੀ ਸੁੰਦਰਤਾ ਥੋੜੀ ਸੀਗੀ। ਜੋ ਤੱਕ ਲੈਂਦਾ ਸੀ ਇੱਕ ਵਾਰੀ ਬਸ ਮਨ ਕਰਦਾ ਸੀ ਵੀ ਤੱਕੀ ਜਾਈਏ। ਦ੍ਰਿਸ਼ਟੀ ਦੇ ਨਾਲ ਜਿਹਨੇ ਦੇਖ ਲਿਆ ਇੱਕ ਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਆਹਾ ਦਰਸ਼ਨ ਕਰ ਲਈਏ, ਮਨ ਕਰਦਾ ਵੀ ਕਰੀ ਚੱਲੀਏ। ਹਰਿਮੰਦਰ ਸਾਹਿਬ ਜਾਂਦੇ ਆ, ਕਿੰਨੀ ਖੁਸ਼ੀ ਹੁੰਦੀ ਆ ਮਨ ਨੂੰ, ਮਨ ਕਰਦਾ ਨਾ। ਸਰਗੁਣ ਰੂਪ ਦੇ ਵਿੱਚ ਜਿਸ ਵੇਲੇ ਉਹ ਆਇਆ ਤੇ ਉਹਦਾ ਹਰੇਕ ਦਾ ਮਨ ਇਹੀ ਕੀਤਾ ਵੀ ਚਲੋ ਮਹਾਰਾਜ ਦੇ ਦਰਸ਼ਨ ਕਰੀ ਚੱਲੀਏ। ਹਰ ਜੀਉ ਸੋਈ, ਹਰੀ ਵਾਹਿਗੁਰੂ ਉਹਦੇ ਵਰਗਾ ਕੋਈ ਸੁੰਦਰ ਨਹੀਂਗਾ। ਤਿਸ ਬਿਨ ਰਾਜਾ ਅਵਰ ਨ ਕੋਈ। ਦੇਖੋ ਪੰਡਤ ਜੀ, ਸੰਸਾਰ ਦੇ ਰਾਜੇ ਆਪਾਂ ਮੰਨੇ ਆ ਸਾਰਿਆਂ ਨੇ, ਪਰ ਸੰਸਾਰ ਦੇ ਰਾਜੇ ਜਿਹੜੇ ਝੂਠੇ ਆ, ਉਸ ਤੋਂ ਬਿਨਾ ਉਸ ਤੋਂ ਵੱਡਾ ਕੋਈ ਰਾਜਾ ਨਹੀਂਗਾ। ਇਸੇ ਕਰਕੇ ਕਲਗੀਧਰ ਪਾਤਸ਼ਾਹ ਨੇ ਕਿਹਾ ਰਾਜਾਨ ਰਾਜ, ਰਾਜਿਆਂ ਦਾ ਵੀ ਰਾਜਾ, ਦੇਵਾਨ ਦੇਵ, ਦੇਵਤਿਆਂ ਦਾ ਵੀ ਦੇਵਤਾ। ਉਪਮਾ ਮਹਾਨ। ਮਹਾਰਾਜ ਤੇਰੀ ਉਪਮਾ ਕੀਤੀ ਨਹੀਂ ਜਾਂਦੀ। ਇਹ ਜੀਭਾ ਥੱਕ ਜਾਂਦੀ ਆ, ਇਹ ਰਸਨਾ ਅੱਕ ਜਾਂਦੀ ਆ, ਇਹ ਕੰਨ ਥੱਕ ਜਾਂਦੇ ਆ ਸੁਣ ਸੁਣ ਕੇ। ਥੱਕਣ ਦਾ ਅਰਥ ਕਿਉਂਕਿ ਉੱਥੋਂ ਤੱਕ ਪਹੁੰਚ ਹੀ ਨਹੀਂ, ਜੀਭਾ ਕਿੱਥੋਂ ਤੱਕ ਬੋਲੇਗੀ। ਇਸ ਕਰਕੇ ਤੂੰ ਰਾਜਾ ਹੈ, ਰਾਜਨ ਸਰੂਪ ਹੈ। ੜਾੜੈ ਗਾਰੜ ਤੁਮ ਸੁਨੋ, ਹਰ ਵਸੈ ਮਨ ਮਾਹੇ। ਗੁਰ ਪ੍ਰਸਾਦੀ ਹਰ ਪਾਈਐ, ਮਤ ਕੋ ਭਰਮ ਭੁਲਾਏ। ਢਾੜੇ ਅੱਖਰ ਦੇ ਦੁਆਰਾ ਫਿਰ ਕਿਰਪਾ ਕਰ ਰਹੇ ਨੇ, ਕਹਿੰਦੇ ਢਾੜਾ ਹੈ। ਇਹਨੂੰ ਕਈ ਨਾ, ਮੈਂ ਦੇਖਿਆ, ਮੈਂ ਵਿਦੇਸ਼ ਗਿਆ ਸੀਗਾ ਤੇ ਉੱਥੇ ਢਾੜਾ ਅੱਖਰ ਬੋਲਣ ਦੇ ਵਿੱਚ ਬਹੁਤ ਤਕਲੀਫ ਆਉਂਦੀ ਹੈ ਜਿਹੜੇ ਉੱਥੋਂ ਦੇ ਜੰਪਲ ਹੈ। ਇਹ ਹੈ ਸਾਡੇ ਪੰਜਾਬੀ ਆ, ਪਰ ਉਧਰ ਰਹਿ ਕੇ ਆ 2 ਅੱਖਰ ਤੇ ਵੈਸੇ ਹੀ ਗਵਾਚ ਗਏ। ਨੰਗਾ ਨਈਆਂ, ਇਹ ਤੇ ਬਹੁਤ ਔਖਾ, ਇਹ ਤੇ ਉਚਾਰਿਆ ਹੀ ਨਹੀਂ ਜਾਂਦਾ। ਨੰਗਾ ਨਈਆਂ, ਢਾੜਾ, ਢਾੜੇ ਨੂੰ ਵੀ ਹੋਰ ਹੀ ਕੁਝ ਕਹੀ ਜਾਂਦੇ। ਇਹ ਵੀ ਥੋੜਾ ਜਿਹਾ ਜਿੱਦਾਂ ਕਹੀਏ ਵੀ ਪ੍ਰੈਸ ਜੇ ਕਰਕੇ ਬੋਲਣਾ ਪੈਂਦਾ, ਜ਼ੁਬਾਨ ਨੂੰ ਪਿੱਛੇ ਖਿੱਚ ਕੇ ਥੋੜਾ ਜਿਹਾ ਉੱਪਰ ਥੱਲੇ ਮਾਰਨਾ, 2 ਵਾਰੀ ਮੂੰਹ ਖੋਲ ਕੇ। ਢਾੜਾ 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 ਗਾਰੜ ਤੁਮ ਸੁਨੋ। ਢਾੜਾ ਅੱਖਰ ਕਹਿੰਦਾ ਗਾਰੜ। ਗਾਰੜ ਕਹਿੰਦੇ ਮੰਤਰ, ਜਿਵੇਂ ਸੱਪ ਨੂੰ ਕੀਲਣ ਵਾਲਾ ਮੰਤਰ ਹੁੰਦਾ ਨਾ ਜੋਗੀਆਂ ਕੋਲੇ, ਕਿਉਂ ਮਨ ਰੂਪੀ ਸੱਪ ਹੈ, ਇਹਨੂੰ ਕੀਲਣ ਵਾਲਾ ਮੰਤਰ ਕਿਹੜਾ? ਨਾਮ ਰੂਪੀ ਸਤਨਾਮ ਵਾਹਿਗੁਰੂ। ਹਰ ਵਸੈ ਮਨ ਮਾਹੇ। ਜਦੋਂ ਨਾਮ ਰੂਪੀ ਮੰਤਰ ਇਹਨੂੰ ਜਪੀ ਚੱਲਾਂਗੇ, ਜਪੀ ਚੱਲਾਂਗੇ, ਫਿਰ ਮਹਾਰਾਜ ਕਹਿਣ ਲੱਗੇ ਭਾਈ ਜਿਹੜਾ ਹਰੀ ਵਾਹਿਗੁਰੂ ਇਹਨੂੰ ਮਨ ਵਿੱਚ ਵਸ ਜਾਵੇਗਾ। ਗੁਰ ਪ੍ਰਸਾਦੀ ਹਰ ਪਾਈਐ, ਮਤ ਕੋ ਭਰਮ ਭੁਲਾਏ। ਗੁਰੂ ਦੀ ਪ੍ਰਸਾਦੀ ਕਿਰਪਾ ਦੇ ਦੁਆਰਾ ਹਰ ਪਾਈਐ, ਹਰੀ ਵਿਆਪਕ ਨੂੰ ਪਾਈਐ, ਪ੍ਰਾਪਤ ਹੋਈਦਾ। ਗੁਰੂ ਦੀ ਮੱਤ ਲੈਣੀ ਪੈਣੀ ਹੈ। ਹੁਣ ਆਪਾਂ ਕਹਿੰਦੇ ਪਰਮਾਤਮਾ ਮਿਲ ਜੇ। ਕਈ ਬੰਦੇ ਕਹਿੰਦੇ ਜੀ ਦੇਖੋ 20 ਦਿਨ ਜਪਿਆ, 40 ਦਿਨ ਜਪਿਆ, ਇੰਨਾ ਕੀ ਬਸ। ਦਾਸ ਕਈ ਵਾਰ ਇਹ ਬੇਨਤੀ ਕਰਦਾ ਹੁੰਦਾ ਵੀ ਇਹ ਮਨ ਨੂੰ ਜਨਮ ਜਨਮੰਤਰਾਂ ਦੀ ਮਹਿਲ ਲੱਗੀ ਪਈ ਆ, ਛੇਤੀ ਨਹੀਂ ਧੋਤੀ ਜਾਣੀ। ਅਭਿਆਸ ਬਣਾਵੋ, ਅਭਿਆਸ, ਪੁਨਾ ਪੁਨਾ ਅਭਿਆਸ, ਜਪਣਾ ਹੀ ਪੈਣਾ। ਅੱਛਾ, ਜਪੇ ਬਿਨਾ ਖੜਾ ਨਹੀਂ ਛੁੱਟਣਾ, ਜਿੰਨਾ ਮਰਜ਼ੀ ਜ਼ੋਰ ਲਾ।
ਦਾੜ ਹੈ ਮਹਾਰਾਜ ਵਾਹਿਗੁਰੂ ਮਹਾਰਾਜ ਦੱਸ ਰਹੇ ਆ, ਗੁਰ ਪ੍ਰਸਾਦੀ ਹਰ ਪਾਈਐ। ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਮੱਤ ਨੂੰ ਧਾਰਨ ਕਰ, ਮੱਤ ਕੋ ਭਰਮ ਭੁਲਾਏ। ਮਤਾ ਭਾਈ ਕੋਈ ਇਹ ਭਰਮ ਦੇ ਵਿੱਚ ਭੁੱਲ ਜਾਵੇ ਵੀ ਗੁਰੂ ਦੀ ਮੱਤ ਤੋਂ ਬਿਨਾ ਮੈਨੂੰ ਮਿਲ ਜੂ, ਗੁਰੂ ਦੀ ਬੜੀ ਲੋੜ ਆ। ਗੁਰੂ ਤੋਂ ਬਿਨਾ ਬਖਸ਼ਿਸ਼ ਨਹੀਂ, ਗੁਰੂ ਤੋਂ ਬਿਨਾ ਰਹਿਮਤ ਨਹੀਂ, ਗੁਰੂ ਤੋਂ ਬਿਨਾ ਕਿਰਪਾ ਨਹੀਂ। ਸੋ ਸਾਹੋ ਸਾਚਾ ਜਿਸ ਹਰ ਧਨ ਰਾਸ, ਗੁਰਮੁਖ ਪੂਰਾ ਤਿਸ ਸਾਬਾਸ। ਮਹਾਰਾਜ ਕਹਿੰਦੇ ਸੋ ਸਾਹੋ ਸੱਚਾ, ਜਿਹੜਾ ਸਾਹੋ ਸਾਰਿਆਂ ਦਾ ਪਾਤਸ਼ਾਹ, ਸਾਰਿਆਂ ਤੋਂ ਵੱਡਾ, ਸੋ ਸਾਹੋ ਸੱਚਾ, ਉਹ ਸੱਚਾ ਭਾਈ। ਜਿਸ ਹਰ ਧਨ ਰਾਸ, ਜਿਹਦੇ ਕੋਲੇ ਉਸ ਸਾਹੋ ਸੱਚੇ ਵਾਹਿਗੁਰੂ ਦੀ ਨਾਮ ਰੂਪੀ ਰਾਸ ਪੂੰਜੀ ਹੈ। ਨਿਰੰਕਾਰ ਨੂੰ ਕਿੱਦਾਂ ਪਾਇਆ ਜਾਂਦਾ? ਕੱਲ ਦੇਖੋ, ਨਾਮ ਜਪ ਕੇ। ਇੱਕ ਨਾਮ ਹੀ ਆ ਜਿਹੜਾ ਨਾਮ ਹੀ ਉਸ ਨਾਲ ਮਿਲਾ ਸਕਦਾ, ਹੋਰ ਕਿਸੇ ਕੋਲ ਤਾਕਤ ਨਹੀਂ। ਹਾਂ, ਨਾਮ ਤੋਂ ਬਾਅਦ ਗੁਰੂ ਦੀ ਬਖਸ਼ਿਸ਼ ਜ਼ਰੂਰ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਭ ਬ੍ਰਹਿਮੰਡ ਸਭ ਕੁਛ ਨਾਮ ਦੇ ਆਸਰੇ ਆ। ਨਾਮ ਜਪ ਕੇ ਧਰੂ ਨੇ ਪਾਇਆ, ਨਾਮ ਜਪ ਕੇ ਪ੍ਰਹਿਲਾਦ ਨੇ ਪਾਇਆ। ਨਾਮ ਹੀ ਆ ਸਭ ਕੁਝ। ਸੋ ਸਾਹੋ ਸੱਚਾ ਜਿਸ ਹਰ ਧਨ ਰਾਸ, ਉਹ ਸੱਚੇ ਦੀ ਜਿਹੜੀ ਰਾਸ ਪੂੰਜੀ ਆ ਉਹ ਕਿਹੜੀ ਆ? ਸੱਚਾ ਨਾਮ। ਤੇ ਗੁਰਮੁਖ ਪਿਆਰਿਆਂ ਨੇ ਉਹ ਜਪ ਜਪ ਕੇ ਪੂੰਜੀ ਬਹੁਤ ਇਕੱਠੀ ਕਰ ਲਈ। ਜਦੋਂ ਇਕੱਠੀ ਕਰ ਲਈ ਗੁਰਮੁਖ ਪੂਰਾ ਤਿਸ ਸਾਬਾਸ, ਫਿਰ ਗੁਰੂ ਕਹਿੰਦਾ ਗੁਰਮੁਖਾ ਹੁਣ ਤੂੰ ਪੂਰਾ ਹੋ ਗਿਆ, ਸ਼ਾਬਾਸ਼ ਤੇਰੇ ਸ਼ਾਬਾਸ਼।